ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ 3 ਜੂਨ ਨੂੰ ਤੇ 5 ਜੂਨ ਨੂੰ ਉਹ ਆਰਡੀਨੈਂਸ ਜਿਹੜਾ ਪਾਸ ਵੀ ਕੀਤਾ ਗਿਆ। ਉਦੋਂ ਤੋਂ ਬਾਅਦ ਹੁਣ ਤੱਕ ਕਿਸਾਨ ਵੀ ਇਸ ਦੇ ਬਾਰੇ ਪ੍ਰੋਟੈਸਟ ਕਰਦੇ ਰਹੇ ਨੇ ਤੇ ਜੋ ਪੰਜਾਬ ਸਰਕਾਰ ਹੈਗੀ ਹੈ ਕਾਂਗਰਸ ਉਹ ਵੀ ਇਹਦੇ ਬਾਰੇ ਪ੍ਰੋਟੈਸਟ ਕਰ ਰਹੀ ਹੈਗੀ ਹੈ। ਮੇਰੇ ਨਾਲ ਇਸ ਵਕਤ ਮੌਜੂਦ ਨੇ ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ। ਇਹਨਾਂ ਵੱਲੋਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਜੋ ਪ੍ਰੋਟੈਸਟ ਹੈ ਉਹ ਜਾਰੀ ਰੱਖਿਆ ਗਿਆ ਹੈਗਾ। ਆਪਣੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਇਹਦੇ ਵਿੱਚ ਕੀ ਕਮੀਆਂ ਨੇ, ਕੀ ਪੇਸ਼ੀਆਂ ਨੇ ਜਿਸ ਕਰਕੇ ਇਹ ਲੋਕ ਇਹਦੇ ਖਿਲਾਫ ਨੇ। ਢਿੱਲੋਂ ਸਾਹਿਬ, ਕਿਉਂ ਤੁਸੀਂ ਇਸ ਦੀ ਖਿਲਾਫਤ ਕਰ ਰਹੇ ਹੋ? ਦੇਖੋ, ਤੁਸੀਂ ਅਗਰ ਵੇਖੋਗੇ ਤੇ ਪੰਜਾਬ ਦਾ ਜਿਹੜੀ ਇਕਨੋਮੀ ਆ, ਪੰਜਾਬ ਦਾ ਜਿਹੜਾ ਕਿਸਾਨ ਆ, ਉਹਦਾ ਸੈਂਟਰ ਦੀ ਖਰੀਦ ਔਰ ਐਮਐਸਪੀ ਦੀ ਖਰੀਦ ਕਰਕੇ ਹੀ ਉਹ ਅੱਜ ਪੰਜਾਬ ਦਾ ਕਿਸਾਨ ਸਾਰੇ ਹਿੰਦੁਸਤਾਨ ਦੇ ਵਿੱਚ ਅੰਨ ਦੇ ਸਕਿਆ, ਅੰਨਦਾਤਾ ਬਣ ਸਕਿਆ। ਔਰ ਇਸ ਆਰਡੀਨੈਂਸ ਦੇ ਨਾਲ ਜਿਹੜੀ ਸਰਕਾਰੀ ਖਰੀਦ ਬੰਦ ਹੋਣ ਜਾ ਰਹੀ ਆ, ਜਿਹਦੇ ਨਾਲ ਵੀ ਆਪਣਾ ਕੀ ਕਹਿੰਦੇ ਇੱਕ ਤਰ੍ਹਾਂ ਤੋਂ ਇਹੋ ਜਿਹੇ ਪ੍ਰਾਈਵੇਟ ਪਲੇਅਰਸ ਐਂਟਰ ਹੋ ਜਾਣਗੇ ਜਿਹਦੇ ਨਾਲ ਵੀ ਮਸਲਾ ਉਲਝ ਜਾਊਗਾ ਸਾਰਾ ਔਰ ਬੌਂਡਡ ਲੇਬਰ ਬਣ ਕੇ ਕਿਸਾਨ ਰਹਿ ਜਾਊਗਾ। ਤੇ ਤੁਸੀਂ ਗੱਲ ਕਰ ਰਹੇ ਹੋ ਕਿ ਬੌਂਡਡ ਲੇਬਰ ਬਣ ਜਾਏਗਾ, ਪਰੰਤੂ ਉਹਨਾਂ ਨੂੰ ਇੱਕ ਖੁੱਲ੍ਹ ਵੀ ਦਿੱਤੀ ਗਈ ਹੈ ਕਿ ਆਪਣਾ ਮਾਲ ਉਹ ਕਿਤੇ ਵੀ ਵੇਚ ਸਕਦੇ ਨੇ। ਭਾਜੀ ਬਿਲਕੁਲ ਠੀਕ ਆ। ਤੁਸੀਂ ਵੇਖੋ ਮਹਾਰਾਸ਼ਟਰ ਦੇ ਵਿੱਚ, ਤੁਸੀਂ ਆਪਣਾ ਅਗਰ ਵੇਖੋਗੇ ਮੱਧ ਪ੍ਰਦੇਸ਼ ਦੇ ਵਿੱਚ, ਤੁਸੀਂ ਹੋਰ ਸੂਬਿਆਂ ਦੇ ਵਿੱਚ, ਕਰਨਾਟਕਾ ਦੇ ਵਿੱਚ ਕਈ ਜਗ੍ਹਾ ਇਹ ਚੀਜ਼ਾਂ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ। ਲੇਕਿਨ ਜਦੋਂ ਆਪਣਾ ਕੀ ਕਹਿੰਦੇ ਪੰਜਾਬ ਮੰਡੀ ਬੋਰਡ ਆ, ਜਿਹੜੇ ਅੱਜ ਅਸੀਂ ਮੰਡੀ ਬੋਰਡ ਦੇ ਅੱਗੇ ਧਰਨਾ ਲਾਉਣ ਦਾ ਇਹੀ ਮਕਸਦ ਆ, ਪੰਜਾਬ ਦੇ ਵਿੱਚ ਐਗਜ਼ਿਸਟਿੰਗ ਸਟਰਕਚਰ ਹੈਗੇ ਆ, ਪੰਜਾਬ ਦੇ ਕੋਲੇ ਢਾਂਚੇ ਹੈਗੇ ਆ। ਬਿਹਾਰ ਦੇ ਵਿੱਚ ਕਿਉਂ ਨਹੀਂ ਐਮਐਸਪੀ ਤੇ ਖਰੀਦ ਹੁੰਦੀ? ਕਿਉਂਕਿ ਉੱਥੇ ਢਾਂਚਾ ਨਹੀਂ ਆ, ਮੰਡੀਆਂ ਨਹੀਂ ਆ। ਅੱਜ ਹਿੰਦੁਸਤਾਨ ਦੇ ਵਿੱਚ ਅਗਰ ਤੁਸੀਂ ਕਹੋਗੇ 4000 ਮੰਡੀ ਆ, ਉਹਦੇ ਵਿੱਚੋਂ ਤਕਰੀਬਨ 1600 ਮੰਡੀਆਂ ਜਿਹੜੀਆਂ ਵਾ ਉਹ ਪੰਜਾਬ ਦੇ ਵਿੱਚ ਹੈਗੀਆਂ ਵਾ। ਔਰ ਇਹੀ ਮੁੱਦੇ ਆ ਜਿਹਦੇ ਕਰਕੇ, ਕਿਉਂਕਿ ਇੱਕ ਐਗਜ਼ਿਸਟਿੰਗ ਸਟਰਕਚਰ ਨੂੰ ਤੁਸੀਂ ਖਤਮ ਕਰਨਾ ਔਰ ਇੱਕ ਨਵਾਂ ਢਾਂਚਾ ਲੈ ਕੇ ਆਉਣਾ, ਜੋ ਕਿ ਇਹਨਾਂ ਨੇ ਬਾਕੀ ਆਪਣਾ ਕੀ ਕਹਿੰਦੇ ਤੁਸੀਂ ਵੇਖੋਗੇ ਬਾਕੀ ਰਾਹ ਵਿੱਚ ਕਹੇ ਜਾਵੇ ਜੀਐਸਟੀ ਖਤਮ ਕਰਕੇ, ਠੀਕ ਹੈ ਜੀਐਸਟੀ ਨਵੇਂ ਲੈ ਕੇ ਆਏ, ਲੇਕਿਨ ਕਿਵੇਂ ਹੌਚ-ਪੌਚ ਲੈ ਕੇ ਆਏ। ਡੀਮੋਨੇਟਾਈਜੇਸ਼ਨ ਨੋਟ ਖਤਮ ਕੀਤਾ, ਲੇਕਿਨ ਫਿਰ ਉਹਦਾ ਫਾਇਦਾ ਕੀ ਹੋਇਆ? ਅਲਟੀਮੇਟਲੀ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦੇ ਉੱਤੇ ਖਰੀਦ ਵਾਸਤੇ ਉਹਨੂੰ ਲੋੜ ਹੈਗੀ ਆ। ਤੁਸੀਂ ਇੱਕ ਨਵਾਂ ਹੀ ਢਾਂਚਾ ਲੈ ਕੇ ਆਓਗੇ, ਕੱਲ੍ਹ ਨੂੰ ਉਹਦਾ ਰਾਹ ਕੋਈ ਦੱਸਿਆ ਨਹੀਂ। ਠੀਕ ਹੈ, ਪ੍ਰਾਈਵੇਟ ਪਲੇਅਰ ਆਉਣ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਲੇਕਿਨ ਇਸ ਢਾਂਚੇ ਦੇ ਵਿੱਚ ਨਾ ਆਉਣ। ਕੱਲ੍ਹ ਨੂੰ ਪੰਜਾਬ ਸਰਕਾਰ ਦੀ ਕੋਈ ਕੰਟਰੋਲ ਨਹੀਂ ਰਹਿ ਜਾਣਾ। ਸਟੇਟ ਐਗਰੀਕਲਚਰ ਜਿਹੜਾ ਵਾ ਸਟੇਟ ਸਬਜੈਕਟ ਆ, ਸਟੇਟ ਦੀ ਹੈਗੀ ਆ। ਤੁਸੀਂ ਉਹਨਾਂ ਤੋਂ ਬਿਨਾਂ ਪੁੱਛੇ ਆਰਡੀਨੈਂਸ ਲੈ ਕੇ ਆ ਰਹੇ ਹੋ, ਉਹਨਾਂ ਦੀ ਸਲਾਹ ਨਹੀਂ ਲੈ ਰਹੇ। ਔਰ ਇਹਦੇ ਨਾਲ ਤੁਸੀਂ ਢਾਂਚਿਆਂ ਨੂੰ ਕਿਸ ਤਰੀਕੇ ਨਾਲ ਉਧੇੜ ਖੜੇੜ ਰਹੇ ਹੋ। ਅੱਜ ਮੰਡੀ ਫੀਸ ਹੈਗੀ ਆ, ਅੱਜ ਮੰਡੀ ਫੀਸ, ਕੱਲ੍ਹ ਨੂੰ ਕੋਈ ਮੰਡੀ ਫੀਸ ਕਿਉਂ ਦੇਊਗਾ ਦੂਜਾ ਪ੍ਰਾਈਵੇਟ ਪਲੇਅਰ? ਉਹ ਜਦੋਂ ਸਿੱਧਾ ਖਰੀਦੂਗਾ ਤਾਂ ਫਿਰ ਉਹ ਮੰਡੀਆਂ ਦੇ ਰਾਹੀਂ ਕਿਉਂ ਆਊਗਾ? ਜਾਂ ਤਾਂ ਤੁਸੀਂ ਉਹਨਾਂ ਨੂੰ ਲੈ ਕੇ ਆਉਣਾ, ਤੁਸੀਂ ਉਹਨਾਂ ਨੂੰ ਮੰਡੀਆਂ ਦੇ ਰਾਹੀਂ ਲੈ ਕੇ ਆਓ, ਪੰਜਾਬ ਮੰਡੀ ਬੋਰਡ ਦੇ ਰਾਹੀਂ ਲੈ ਕੇ ਆਓ, ਸਟਰਕਚਰ ਦੇ ਰਾਹੀਂ ਲੈ ਕੇ ਆਓ, ਸੈਕਟਰੀ ਲੱਗਣ, ਉੱਥੇ 20 ਚੀਜ਼ਾਂ ਵਾ। ਅੱਜ ਮੋਇਸਚਰ ਦਾ ਉੱਪਰ ਨੀਚੇ ਹੋ ਜਾਂਦਾ, ਕੱਲ੍ਹ ਨੂੰ ਉਹ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੂਗੀ, ਇੱਕ ਹੋਰਡਿੰਗ ਸ਼ੁਰੂ ਹੋ ਜੂਗੀ, ਸਮਾਨ ਇਕੱਠਾ ਕੀਤਾ ਜਾਊਗਾ, ਰੇਟ ਉੱਪਰ ਨੀਚੇ ਕੀਤੇ ਜਾਣਗੇ, ਨਹੀਂ ਖਰੀਦਣਗੇ ਤਾਂ ਨਹੀਂ ਖਰੀਦਣਗੇ। ਅੱਜ ਤੱਕ ਖਰੀਦਣਾ ਹੀ ਪੈਂਦਾ ਨਾ ਆਪਣਾ ਸਰਕਾਰ ਨੂੰ, ਕੱਲ੍ਹ ਨੂੰ ਉਹਨਾਂ ਦੀ ਮਰਜ਼ੀ ਆ ਖਰੀਦਣ ਨਾ ਖਰੀਦਣ। ਬਰਿੰਦਰ ਜੀ, ਸਰਦਾਰਾ ਸਿੰਘ ਜੋਹਲ ਹੈਗੇ ਨੇ ਜੋ ਕਿ ਪੀਏਯੂ ਦੇ ਪਹਿਲਾਂ ਸਾਬਕਾ ਵਾਈਸ ਚਾਂਸਲਰ ਰਹੇ ਨੇ, ਉਹਨਾਂ ਦੀ ਗੱਲ ਕਰੀਏ ਜਾਂ ਸੁਖਬੀਰ ਬਾਦਲ ਦੀ ਕਰੀਏ, ਉਹ ਕਹਿੰਦੇ ਜੀ ਇਹਨਾਂ ਨੇ ਐਕਟ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਵਿੱਚ ਵੀ ਅਸੀਂ ਜਿਹੜੇ ਮੰਡੀਕਰਨ ਬੋਰਡ ਹੈਗਾ ਉਹ ਖਤਮ ਕਰਨ ਜਾ ਰਹੇ ਹਾਂ। ਦੇਖੋ, ਗੱਲ ਫਿਰ 2-3 ਚੀਜ਼ਾਂ ਬਾਰ-ਬਾਰ ਕਰ, ਐਮਐਸਪੀ ਖਤਮ ਨਹੀਂ ਹੋਊਗੀ, ਬਿਲਕੁਲ ਨਹੀਂ ਖਤਮ ਹੋਊਗੀ, ਲੇਕਿਨ ਐਮਐਸਪੀ ਤੇ ਕੀ ਇਹ ਜਿਹੜੀ ਖਰੀਦ ਆ ਇਹ ਹੋ ਰਹੀ ਆ? ਨਹੀਂ ਹੁੰਦੀ। ਮੱਕੀ ਨਹੀਂ ਖਰੀਦੀ ਜਾਂਦੀ, ਕਣਕ ਤੇ ਝੋਨਾ ਜਿਹੜਾ ਸਿਰਫ ਸਰਕਾਰੀ ਖਰੀਦ ਆ, ਜਦੋਂ ਪ੍ਰਾਈਵੇਟ ਪਲੇਅਰ ਆ ਜਾਂਦਾ ਉਹਦੀ ਮਰਜ਼ੀ ਹੁੰਦੀ ਆ। ਜਾਂ ਤਾਂ ਤੁਸੀਂ ਐਮਐਸਪੀ ਨੂੰ ਕਾਨੂੰਨ ਬਣਾ ਦਿਓ, ਜਾਂ ਤਾਂ ਤੁਸੀਂ ਐਮਐਸਪੀ ਦਾ ਕਾਨੂੰਨ ਬਣਾ ਦਿਓ। ਤੁਹਾਨੂੰ ਲੱਗ ਰਿਹਾ ਕਿ ਐਮਐਸਪੀ ਤੋਂ ਥੱਲੇ ਹੋਏਗਾ ਰੇਟ ਜੋ ਪ੍ਰਾਈਵੇਟ ਆਉਣਗੀਆਂ ਕੰਪਨੀਆਂ? ਕਿਉਂਕਿ ਜੇ ਸਰਕਾਰ ਦਾ ਇੱਕ ਐਮਐਸਪੀ ਆ ਉਹ ਤੋਂ ਬਾਅਦ ਹੀ ਗੱਲ ਚੱਲੇਗੀ ਨਾ। ਤੁਸੀਂ ਵੇਖੋ ਇਹਨਾਂ ਦੀ ਸਟੇਟਮੈਂਟਸ ਵੇਖੋ, ਇਹਨਾਂ ਦੀ ਨਿਤਿਨ ਗਡਕਰੀ ਕਹਿੰਦਾ ਐਮਐਸਪੀ ਜਿਹੜਾ ਵਾ ਦੇਸ਼ ਦੇ ਉੱਤੇ ਬੋਝ ਆ। ਦੂਜੀ ਗੱਲ ਇਹ ਕਹਿ ਦਿੰਦੇ ਆ ਉਸ ਤੋਂ ਬਾਅਦ ਵੀ ਜਿਹੜਾ ਪੀਡੀਐਸ ਜਿਹੜਾ ਅੱਜ ਤਕਰੀਬਨ 1 ਕਰੋੜ 27 ਲੱਖ ਦੀ ਟਨ ਦੀ ਖਰੀਦ ਆ ਪੰਜਾਬ ਦੀ, ਪੀਡੀਐਸ ਦੀ ਸਿਰਫ ਅਗਰ ਲੋੜ ਆ ਤੇ ਉਹ 8 ਲੱਖ ਮੈਟ੍ਰਿਕ ਟਨ ਦੀ ਆ। ਇਹ ਕਹਿੰਦੇ ਸਿਰਫ ਪੀਡੀਐਸ ਹੀ ਖਰੀਦੂਗੀ ਸਰਕਾਰ, ਜਿਹੜਾ ਨੀਲੇ ਕਾਰਡਾਂ ਦੇ ਰਾਹੀਂ ਜਾਣਾ ਉਹੀ ਖਰੀਦੂਗੀ ਸਰਕਾਰ। ਇਹ ਇਹਨਾਂ ਦੀ ਸਟੇਟਮੈਂਟਸ ਆ, ਰਿਕਾਰਡਡ ਸਟੇਟਮੈਂਟਸ ਆ। ਇਹਦਾ ਮਤਲਬ ਤੁਸੀਂ ਅਗਰ ਸਟੈਪ ਬਾਏ ਸਟੈਪ ਵੇਖੋਗੇ, ਸ਼ਾਂਤਾ ਕਮੇਟੀ ਰਿਪੋਰਟ ਵੀ ਵੇਖੋਗੇ, ਇਹ ਉਸ ਚੀਜ਼ ਨੂੰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਤਾਂ ਗੱਲ ਨਹੀਂ ਕਰਨਗੇ, ਇੱਕ ਨਵੀਂ ਲਿਆ ਕੇ ਸ਼ਾਂਤਾ ਕੁਮਾਰ ਕਮੇਟੀ ਰਿਪੋਰਟ ਦੀ ਗੱਲ ਕਰਦੀ। ਮਸਲਾ ਸਿਰਫ ਇਹ ਨਹੀਂ ਆ, ਅਸੀਂ ਕੋਈ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਨਹੀਂ, ਇਹਨੂੰ ਚੀਜ਼ ਨੂੰ ਇਹ ਜਾਣ ਕੇ ਪਿਕਚਰ ਪੇਂਟ ਗਲਤ ਕਰ ਰਹੇ ਆ ਵੀ ਇਹ ਜਿਹੜਾ ਮਸਲਾ ਵਾ ਵੀ ਇਹਦੇ ਵਿੱਚ ਸੁਖਬੀਰ ਬਾਦਲ ਇਹ ਕਹਿੰਦਾ ਵੀ ਨਹੀਂ ਅਸੀਂ ਕੁਰਬਾਨੀ ਦੇ ਦਾਂਗੇ, ਸਰਕਾਰੀ ਖਰੀਦ ਨਹੀਂ ਬੰਦ ਹੋਊਗੀ। ਸਰਕਾਰੀ ਖਰੀਦ ਬਿਲਕੁਲ ਨਹੀਂ ਬੰਦ ਹੋਊਗੀ, ਲੇਕਿਨ ਕਿਸ ਲੈਵਲ ਤੇ ਹੋਊਗੀ? ਅੱਜ 1 ਕਰੋੜ 27 ਲੱਖ ਖਰੀਦ ਰਿਹਾ, ਕੱਲ੍ਹ ਨੂੰ 8 ਲੱਖ ਖਰੀਦਣਗੇ। ਜ਼ਮੀਨ ਅਸਮਾਨ ਦਾ ਫਰਕ ਆ। ਉਹ ਪ੍ਰਾਈਵੇਟ ਪਲੇਅਰ ਵਿੱਚ ਆਣਗੇ, ਉਹ ਆ ਕੇ ਮਰਜ਼ੀ ਆ ਉਹਨਾਂ ਦੀ, ਇੱਕ ਸੀਜ਼ਨ 'ਚ ਰੇਟ ਚੱਕਦੇ ਨੇ, ਇੱਕ ਸੀਜ਼ਨ 'ਚ ਅੱਜ ਦੋ ਤਿੰਨ ਸੀਜ਼ਨ ਜ਼ਰੂਰ ਸਰਕਾਰ ਦੇ ਦੇਣਗੇ, ਲੇਕਿਨ ਤੁਸੀਂ ਐਗਜ਼ਿਸਟਿੰਗ ਢਾਂਚਿਆਂ ਨੂੰ, ਤੁਸੀਂ ਐਗਜ਼ਿਸਟਿੰਗ ਆਪਣਾ ਜਿਹੜਾ ਮੰਡੀਕਰਨ ਬੋਰਡ ਆ ਇਹਦੇ ਤੋਂ ਬਾਈਪਾਸ ਕਰਕੇ ਤੁਸੀਂ ਸਿੱਧਾ ਖਰੀਦ ਰਹੇ ਹੋ। ਤੁਸੀਂ ਮੰਡੀ ਬੋਰਡ ਰਾਹੀਂ ਖਰੀਦੋ,
ਤੁਸੀਂ ਮੰਡੀ ਬੋਰਡ ਦੀ ਫੀਸ ਦਿਓ, ਮੰਡੀ ਬੋਰਡ ਦੇ ਉੱਤੇ ਟੈਕਸ ਜਿਹੜਾ ਲੱਗਦਾ ਉਹ ਦਿਓ, ਇਹਨੂੰ ਕਾਨੂੰਨ ਵਿੱਚ ਇਨਕੋਪਰੇਟ ਕਰੋ। ਮੰਡੀ ਬੋਰਡਾਂ ਦਾ ਕੀ ਮਕਸਦ ਸੀਗਾ, ਗ੍ਰੀਨ ਰੈਵੋਲੂਸ਼ਨ ਦਾ ਕੀ ਮਕਸਦ ਸੀਗਾ? ਉਹ ਇਹੀ ਸੀਗਾ ਵੀ ਜਦੋਂ ਸਰਕਾਰ ਅੱਜ ਗ੍ਰੀਨ ਰੈਵੋਲੂਸ਼ਨ ਖਤਮ ਹੋ ਗਈ, ਅੱਜ ਉਹਦੀ ਲੋੜ ਲੈ ਲਈ ਸਰਕਾਰ ਨੇ, ਅੱਜ ਤੁਸੀਂ ਇਹਨਾਂ ਨੂੰ ਢਾਂਚਿਆਂ ਨੂੰ ਸਾਰਿਆਂ ਨੂੰ ਖਤਮ ਕਰ ਦਿਓ। ਅੱਜ ਮੰਡੀਆਂ ਪੰਜਾਬ ਦੇ ਵਿੱਚ ਕਿੱਥੇ ਆ, ਕੱਲ੍ਹ ਨੂੰ ਕਿੱਥੇ ਖਰੀਦ ਹੋਣੀ, ਕਿਵੇਂ ਖਰੀਦ ਹੋਣੀ, ਪ੍ਰਾਈਵੇਟ ਪਲੇਅਰ ਲੱਗ ਜਾਣਗੇ ਔਰ ਉਹ ਕਿਵੇਂ ਖਰੀਦਣਗੇ। ਅੱਜ ਭਾਵੇਂ ਪੰਜਾਬ ਨੇ APMC ਐਕਟ ਨੂੰ ਕਿਹਾ ਵਾ ਵੀ ਹਾਂ ਲਾਗੂ ਕਰਨ ਦੇ ਵਾਸਤੇ ਉਹਨਾਂ ਨੇ ਤਿਆਰ ਹੋਏ ਆ, 2017 ਦੇ ਵਿੱਚ ਪਾਸ ਵੀ ਕੀਤਾ, ਲੇਕਿਨ ਉਹ ਸੈਕਟਰੀਆਂ ਦੇ ਰਾਹੀਂ ਹੋ ਰਿਹਾ, ਉਹੀ ਇਹ ਸੈਂਟਰ ਸਰਕਾਰ ਕਰਦੇ, ਕੋਈ ਆਬਜੈਕਸ਼ਨ ਨਹੀਂ ਹੈਗੀ ਇਹਦੇ ਉੱਤੇ। ਵਰਿੰਦਰ ਜੀ, ਤੁਹਾਨੂੰ ਲੱਗਦਾ ਨਹੀਂ ਕਿ ਇਸ ਮੁੱਦੇ ਦੇ ਨਾਲ ਹੋਰ ਵੀ ਬਹੁਤ ਸਾਰੇ ਮੁੱਦੇ ਇਸ ਵਕਤ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਹਾਡੀ ਲੋੜ ਹੈਗੀ, ਤੁਹਾਡੀ ਜੋ ਯੂਥ ਕਾਂਗਰਸ ਹੈਗੀ ਉਹਦੀ ਲੋੜ ਹੈਗੀ? ਆਪਾਂ ਸ਼ਰਾਬ ਦੀ ਗੱਲ ਕਰੀਏ ਤਾਂ ਕੱਲ ਸ਼ਰਾਬ ਬਾਰੇ ਤ੍ਰਿਪਤਰਿੰਦਰ ਬਾਜਵਾ ਵੱਲੋਂ ਵੀ ਇੱਕ ਸਫਾਈ ਦਿੱਤੀ ਗਈ ਸੀ, ਕਾਨਫਰੰਸ ਕੀਤੀ ਗਈ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਬਾਜਵਾ ਤੇ ਹੋਰ ਤੁਹਾਡੇ ਦੁੱਲੋ ਸਾਹਿਬ ਨੇ ਜਾ ਕੇ ਇੱਕ ਗਵਰਨਰ ਨੂੰ ਮੈਮੋਰੈਂਡਮ ਵੀ ਦਿੱਤਾ ਸਰਕਾਰ ਦੇ ਖਿਲਾਫ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉੱਥੇ ਟੀਮਾਂ ਬਣਾ ਕੇ ਭੇਜਣੀਆਂ ਚਾਹੀਦੀਆਂ ਨੇ? ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਪੁਲਿਸ ਕੀ ਕਰ ਰਹੀ ਸੀ, ਪੁਲਿਸ ਕਰੋਨਾ ਦੇ ਵਿੱਚ ਮਸਤ ਹੋਈ ਸੀ ਤੇ ਉੱਥੇ ਕੋਈ ਵੀ ਇਹੋ ਜਿਹਾ ਉਹ ਹੈ ਨਹੀਂ ਸੀਗਾ ਵੀ ਪਤਾ ਲੱਗ ਸਕਿਆ ਕਿ ਕੋਈ ਜਿਹੜੇ ਗੁੰਡਾ ਐਲੀਮੈਂਟ ਨੇ ਜਾਂ ਬੈਡ ਐਲੀਮੈਂਟ ਨੇ ਉਹ ਇਹ ਕੰਮ ਸ਼ੁਰੂ ਕਰ ਚੁੱਕੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉੱਥੇ ਟੀਮਾਂ ਬਣਾ ਕੇ ਭੇਜਣੀਆਂ ਚਾਹੀਦੀਆਂ ਨੇ? ਸਰਕਾਰ ਦੇ ਅੱਖ ਕੰਨ ਤੁਸੀਂ ਬਣੋ। ਭਾਜੀ ਇੱਕ ਟ੍ਰੈਜਡੀ ਆ, ਬਿਲਕੁਲ ਸਹੀ ਗੱਲ ਆ। ਅਸੀਂ ਅੱਖ ਕੰਨ ਬਣਨ ਦੀ ਕੋਸ਼ਿਸ਼ ਵੀ ਕਰੀਦੀ ਆ, ਅਸੀਂ ਸਾਰਾ ਕੁਝ ਕਰੀਦਾ ਵੀ ਆ, ਲੇਕਿਨ ਉਹ ਇੱਕ ਟ੍ਰੈਜਡੀ ਆ। ਔਰ ਇਹ ਜੋ ਅਸੀਂ ਅੱਜ ਕਿਸਾਨ ਵਿਰੋਧੀ ਆ, ਇਹ ਅਸੀਂ ਆਪਣੀ ਟ੍ਰੈਜਡੀ ਤੇ ਆਪ ਸਾਈਨ ਕਰਨ ਜਾ ਰਹੇ ਹਾਂ। ਆਪਾਂ ਆਪਣੇ ਡੈਥ ਵਾਰੰਟ ਦੇ ਉੱਤੇ ਆਪ ਸਾਈਨ ਕਰਨ ਜਾ ਰਹੇ ਹਾਂ, ਠੀਕ ਆ। ਉਹ ਬੜਾ ਅਹਿਮ ਮੁੱਦਾ ਵਾ, ਸਾਰਾ ਕੁਛ ਆ। ਮੇਰੇ ਹਿਸਾਬ ਨਾਲ ਉਹ ਉਸ ਚੀਜ਼ ਨੂੰ ਅਫਸਰਾਂ ਦੀ ਨਲਾਇਕੀਅਤ ਕਹਿ ਲਓ, ਐਡਮਿਨਿਸਟ੍ਰੇਸ਼ਨ ਦੀ ਕਹਿ ਲਓ, ਉੱਥੋਂ ਦੇ ਜੋ ਹਾਲਾਤ ਆ ਉਹਦੀ ਕਹਿ ਲਓ। ਹਾਂ, ਹੁਣ ਉਹਦੇ 'ਤੇ ਪੋਲੀਟੀਸਾਈਜੇਸ਼ਨ ਹੋ ਰਹੀ ਆ ਮੁੱਦੇ, ਜਿਵੇਂ ਵੀ ਆ ਜਦੋਂ ਕੋਈ ਕੈਪਟਨ ਸਾਹਿਬ ਜਿਹੜਾ ਕੋਈ ਚੰਗਾ ਕੰਮ ਕਰਦੇ ਉਹਦੀ ਤਾਂ ਕੋਈ ਗੱਲ ਨਹੀਂ ਕਰਦੇ, ਲੇਕਿਨ ਹਾਂ ਜਿੱਥੇ ਜਦੋਂ ਇਹੋ ਜਿਹੀ ਚੀਜ਼ ਹੁੰਦੀ ਉਹਦੇ ਤੇ ਆ ਕੇ ਆਪਣਾ ਕੀ ਕਹਿੰਦੇ ਰਾਜਨੀਤੀ, ਉਹ ਚਲੋ ਹੋਣੀ ਵੀ ਆ, ਇਹਦੇ ਅੰਦਰ ਕੋਈ ਗਲਤ। ਵਰਿੰਦਰ ਜੀ, ਜਾਨਾਂ ਵੀ ਦੇਖੋ 100 ਤੋਂ ਉੱਪਰ ਗਈਆਂ ਨੇ, ਲਗਾਤਾਰ 6 ਦਿਨ ਤੋਂ ਲੋਕ ਮਰ ਰਹੇ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਕੈਪਟਨ ਸਰਕਾਰ ਨੂੰ ਕਿਹਾ ਜਾਂਦਾ ਕਿ ਇਹ ਅਫਸਰਾਂ ਦੀ ਸਰਕਾਰ ਹੈ, ਕੈਪਟਨ ਸਾਹਿਬ ਅਫਸਰਾਂ ਦੀ ਪਹਿਲਾਂ ਸੁਣਦੇ ਨੇ, ਲੀਡਰਾਂ ਦੀ ਬਾਅਦ ਚੋਂ ਸੁਣਦੇ ਨੇ? ਭਾਜੀ ਕੋਈ ਵੀ ਸਰਕਾਰ ਜਿਹੜੀ ਹੁੰਦੀ ਆ ਉਹ ਕਾਨੂੰਨ ਦੀ ਸਰਕਾਰ ਹੁੰਦੀ ਆ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਹੋਈ ਜਾਂਦੀ ਆ। ਅਗਰ ਕਿਤੇ ਕਾਨੂੰਨ ਦੀ ਉਲੰਘਣਾ ਹੋ ਰਹੀ ਆ, ਅਗਰ ਇਹ ਤੁਸੀਂ ਗੱਲ ਕਹੋ ਤੇ ਵੀ ਅਫਸਰਾਂ ਦੇ ਵਿੱਚ ਵੀ ਤੁਸੀਂ ਵੇਖੋ ਕਿ ਕਿੰਨੀ ਅਗਰ ਤੁਸੀਂ ਕਹੋਗੇ ਅਫਸਰਾਂ ਦੀ ਸਰਕਾਰ ਆ ਤੇ ਅਸਤੀਫੇ ਕਿਉਂ ਆ ਰਹੇ ਬਾਰ-ਬਾਰ? ਅਗਰ ਅਫਸਰਾਂ ਦੀ ਸਰਕਾਰ ਹੁੰਦੀ ਤੇ ਅਸਤੀਫੇ ਕਿਉਂ ਆਉਂਦੇ ਅਫਸਰਾਂ ਦੇ? ਮੈਂ ਸਿਰਫ ਇਹ ਕਹਿਣ ਦਾ ਕੋਸ਼ਿਸ਼ ਕਰ ਰਿਹਾ ਵੀ ਇਹ ਪ੍ਰੋਬਲਮਸ ਆ, ਉਹਨੂੰ ਹਾਈਲਾਈਟ ਕਰਕੇ ਪ੍ਰੋਪੋਗੈਂਡਾ ਬਣਾ ਕੇ ਇੱਕ ਜ਼ਰੂਰ ਬਣਾ ਦਿੱਤਾ ਜਾਂਦਾ ਵਾ, ਲੇਕਿਨ ਕੱਲਾ ਆਪਾਂ ਇਸ ਚੀਜ਼ ਨੂੰ ਕੈਪਟਨ ਸਾਹਿਬ ਨੂੰ ਇਹ ਗੱਲ ਕਰਨੀ, ਮੇਰੇ ਹਿਸਾਬ ਨਾਲ ਬੜੇ ਚੰਗੇ ਕੰਮ ਵੀ ਹੋਏ ਆ, ਬੜਾ ਸਰਕਾਰ ਨੇ ਸੁਧਾਰ ਵੀ ਕੀਤਾ ਵਾ। ਅਗਰ ਤੁਸੀਂ ਨੌਕਰੀਆਂ ਤੇ ਚੰਗੇ ਕੰਮ ਦਾ ਜੋ ਜਿਹੜੇ ਹੈਗੇ ਆ ਤੁਹਾਡੇ ਵਿਰੋਧੀ ਪਕਸ਼ ਨੇ ਉਹ ਤਾਂ ਦੱਸਣੇ ਨਹੀਂ ਹੈਗੇ, ਹਾਂਜੀ ਹੈ ਨਾ। ਉਹ ਤਾਂ ਇਹ ਕਹਿਣਗੇ ਜੀ ਇਹਨਾਂ ਨੇ ਗੁਟਕਾ ਸਾਹਿਬ ਰੱਖ ਕੇ ਹੱਥ 'ਚ ਸਹੁੰ ਖਾਧੀ ਸੀ, ਉਹ ਨਸ਼ੇ ਨਹੀਂ ਖਤਮ ਹੋਏ ਤੇ ਗੈਰ ਕਾਨੂੰਨੀ ਜਿਹੜੀਆਂ ਮਾਈਨਿੰਗ ਹੈਗੀਆਂ ਉਹ ਨਹੀਂ ਖਤਮ ਹੋਈਆਂ। ਦੇਖੋ ਮੈਂ ਉਹੀ ਕਹਿ ਰਿਹਾ ਨਾ, ਜੋ ਉਹਨਾਂ ਦੀ ਸਰਕਾਰ ਵੇਲੇ ਕੰਮ ਸੀ ਔਰ ਜੋ ਸਾਡੀ ਸਰਕਾਰ ਵੇਲੇ ਕੰਮ ਆ, ਕੰਪੈਰੀਜ਼ਨ ਉਹਦਾ ਵਾ। ਅਸਲ ਵਿੱਚ ਅਸੀਂ ਤਾਂ ਮੈਂ ਤਾਂ ਇਸ ਗੱਲ ਉੱਤੇ ਕਿਸੇ ਵੀ ਟਾਈਮ ਦੇ ਉੱਤੇ ਡਿਬੇਟ ਰੱਖ ਸਕਦੇ ਹਾਂ ਅਸੀਂ ਵੀ ਤੁਸੀਂ ਆਪਣੀ ਅਕਾਲੀ ਦਲ ਦੇ ਸਰਕਾਰ ਦੇ ਟਾਈਮ 'ਚ ਕੀ ਕੰਮ ਹੁੰਦੇ ਸੀ ਔਰ ਕਾਂਗਰਸ ਦੇ। ਇਲੀਗਲ ਮਾਈਨਿੰਗ ਇਹਨਾਂ ਦੀ 30 ਕਰੋੜ ਦੀ, ਇਹ 30 ਕਰੋੜ ਦੀ ਰੈਵਨਿਊ ਲੈਂਦੇ ਸੀ, ਅੱਜ ਅਸੀਂ 300 ਕਰੋੜ ਲੈਂਦੇ ਹਾਂ। ਡਰੱਗਸ ਦੇ ਉੱਤੇ ਨਾ ਇਹਨਾਂ ਦੇ ਅੱਜ 40 ਲੱਖ ਤੋਂ ਬੱਚਾ ਜਿਹੜਾ ਵਾ ਵੋਲੰਟੀਅਰਲੀ ਆਪਣਾ ਪ੍ਰੋਗਰਾਮਸ ਵਿੱਚ ਇਨਰੋਲ ਕਰ ਚੁੱਕਾ ਵਾ। ਬੜੀ ਪ੍ਰੋਗਰਾਮ ਆ, ਓਟਸ ਪ੍ਰੋਗਰਾਮ ਆ, ਇਹੋ ਜਿਹੇ ਕਈ ਸਰਕਾਰ ਨੇ ਪ੍ਰੋਗਰਾਮ ਲਿਆਂਦੇ। ਇਹਨਾਂ ਦੇ ਸਰਕਾਰ ਦੇ ਉੱਤੇ ਇੱਕ ਵੀ ਇਹੋ ਜਿਹਾ ਡਰੱਗ ਰੀਹੈਬਿਲਿਟੇਸ਼ਨ ਦਾ, ਡਰੱਗ ਅਵੇਅਰਨੈਸ ਦਾ ਇੱਕ ਵੀ ਪ੍ਰੋਗਰਾਮ ਨਹੀਂ ਸੀਗਾ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਜ਼ਰੂਰ ਵੀ ਹਾਂ ਜੋ ਜਿੱਥੇ ਤੱਕ ਅਸੀਂ ਕੰਮ ਚਾਹੁੰਦੇ ਆ ਸਾਡਾ ਟਾਰਗੇਟ ਵੀ ਹਾਲੇ ਤੱਕ ਅਚੀਵ ਨਹੀਂ ਹੋਇਆ, ਲੇਕਿਨ ਇਹਨਾਂ ਦੀ ਸਰਕਾਰ ਨਾਲੋਂ ਬਹੁਤ ਬਿਹਤਰ ਕੰਮ ਕੀਤਾ ਔਰ ਬੜਾ ਵਧੀਆ ਕੰਮ ਕੀਤਾ ਵਾ, ਇਹਦੇ ਅੰਦਰ ਕੋਈ ਦੋ ਰਾਏ ਨਹੀਂ ਆ। ਜੋ ਬਾਕੀ ਚੀਜ਼ਾਂ ਇਹ ਮਾੜੀ ਇੱਕ ਇਹ ਗੱਲ ਇਹ ਜ਼ਰੂਰ ਹੋ ਜਾਂਦੀ ਆ ਵੀ ਕਈ ਵਾਰ ਆਪਣੇ ਕਈ ਦੋਸ਼ ਲਾ ਦਿੰਦੇ ਆ, ਉਹ ਜਵਾਬ ਦੇਣੇ ਮੁਸ਼ਕਿਲ ਹੋ ਜਾਂਦੇ ਆ, ਕਿਉਂਕਿ ਬਗਾਨਿਆਂ ਨੇ ਤਾਂ ਚਲੋ ਲਾਣੇ ਹੀ ਲਾਣੇ ਆ, ਆਪਣਿਆਂ ਦੇ ਜਦੋਂ ਦੋਸ਼ ਹੁੰਦੇ ਆ ਉਹਨਾਂ ਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ। ਤੁਹਾਨੂੰ ਲੱਗਦਾ ਨਹੀਂ ਕਿ ਯੂਥ ਕਾਂਗਰਸ ਨੂੰ ਹੁਣ ਤੁਸੀਂ ਟੀਮਾਂ ਅੱਗੇ ਬਣਾਓ, ਕਿਉਂਕਿ ਤੁਸੀਂ ਹੈੱਡ ਹੈਗੇ ਹੋ ਮਾਈਨਿੰਗ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ, ਜੋ ਵੀ ਸਮਾਜ ਦੀਆਂ ਕੁਰੀਤੀਆਂ ਹੈਗੀਆਂ ਜਿਹੜੀਆਂ ਹੁਣ ਤੱਕ ਕਾਂਗਰਸ ਨੂੰ ਪਿੱਛਾ ਦਿਖਾ ਰਹੀਆਂ ਨੇ? ਅਸੀਂ ਭਾਜੀ ਟੀਮਾਂ ਬਣਾਈਆਂ ਹੋਈਆਂ ਸਾਡੇ, ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਆਵਾਜ਼ ਚੱਕਦੇ ਹਾਂ ਹਮੇਸ਼ਾ। ਔਰ ਸਾਡੀ ਲੇਕਿਨ ਸਭ ਤੋਂ ਇੰਪੋਰਟੈਂਟ ਇਹ ਮਕਸਦ ਆ ਵੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਵਾ, ਭਾਵੇਂ ਕੋਈ ਵੀ ਸਰਕਾਰ ਦਾ ਕੰਮ ਆ, ਜਿਵੇਂ ਡਰੱਗਸ ਦੇ ਉੱਤੇ ਕਰ ਰਿਹਾ, ਜੌਬਸ ਦੇ ਉੱਤੇ ਕਰ ਰਿਹਾ, ਉਹ ਜਿਹੜੇ ਸਰਕਾਰ ਦੀ ਪਾਲਿਸੀ ਆ ਲੋਕਾਂ ਦੇ ਵਿੱਚ ਇੱਕ ਬ੍ਰਿਜ ਬਣ ਸਕੀਏ ਔਰ ਇੱਕ ਆਪਸ 'ਚ ਇੱਕ ਤਾਲਮੇਲ ਕਰ ਸਕੀਏ, ਉਹ ਸਰਕਾਰ ਦਾ ਸਾਡਾ ਕੰਮ ਹੋਣਾ ਚਾਹੀਦਾ। ਔਰ ਉਹਦੇ ਵਿੱਚ ਅਸੀਂ ਬਖੂਬੀ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਤੁਹਾਨੂੰ ਵੀ ਵੇਖੂਗਾ ਵੀ ਸਰਕਾਰ ਦੇ ਯੂਥ ਕਾਂਗਰਸ ਰਾਹੀਂ ਕਾਫੀ ਕੁਝ ਨਵੀਆਂ ਸਕੀਮਾਂ ਔਰ ਕਾਫੀ ਕੁਝ ਨਵਾਂ ਕਰਨ ਜਾ ਰਹੀ ਹੈ। ਕਿਸਾਨ ਆਰਡੀਨੈਂਸ ਦੀ ਗੱਲ ਕਰੀਏ ਤਾਂ ਹੁਣ ਤੱਕ ਵਿਰੋਧ ਤਾਂ ਬਹੁਤ ਹੋ ਗਿਆ, ਪਰੰਤੂ ਕੇਂਦਰ ਸਰਕਾਰ ਦੇ ਅਸੀਂ ਦੇਖਣਾ ਕਿ ਕੋਈ ਅਸਰ ਨਹੀਂ ਹੋ ਰਿਹਾ। ਅੱਗੇ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਵੇਗਾ ਜੇ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ? ਪੰਜਾਬ ਦੇ ਧਰਨਿਆਂ ਤੋਂ ਬਾਅਦ ਭਾਜੀ ਫਿਰ ਅਗਲਾ ਧਰਨਾ ਦਿੱਲੀ ਲੱਗੂਗਾ ਜੀ। ਫਿਰ ਦਿੱਲੀ ਦੇ ਵਿੱਚ ਵੱਡਾ ਇਸ ਮੁੱਦੇ ਦੇ ਉੱਤੇ ਅਸੀਂ ਆਪਣਾ ਕੀ ਕਹਿੰਦੇ, ਭਾਵੇਂ ਇੱਥੋਂ ਪੈਦਲ ਮਾਰਚ ਕਰੀਏ, ਭਾਵੇਂ ਇੱਥੇ ਟਰੈਕਟਰਾਂ ਤੇ ਜਾਈਏ, ਭਾਵੇਂ ਉੱਥੇ ਜਾ ਕੇ ਧਰਨੇ ਲਾਈਏ, ਜੋ ਵੀ ਕੋਰਸ ਆਫ ਐਕਸ਼ਨ ਪੰਜਾਬ ਸਰਕਾਰ ਆਪਣਾ ਕੈਪਟਨ ਸਾਹਿਬ ਜਾਖੜ ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਊਗੀ ਉਹਦੇ ਤਾਂ ਹੀ ਅਸੀਂ ਕਰਾਂਗੇ। ਸ਼ੁਕਰੀਆ ਜੀ।
ਸੋ ਇਹ ਸਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਵਿੰਦਰ ਢਿੱਲੋਂ, ਜਿਨ੍ਹਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਜੋ ਸਰਕਾਰ ਹੈ ਉਹ ਇਸ ਜਿਹੜਾ ਆਰਡੀਨੈਂਸ ਜਾਰੀ ਹੋਇਆ ਕਿਸਾਨਾਂ ਦਾ, ਇਹਦੇ ਅੰਗੇਸਟ ਹੈ। ਪ੍ਰੋਟੈਸਟ ਜਾਰੀ ਰਹਿਣਗੇ। ਅਗਰ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਉਹ ਫਿਰ ਦਿੱਲੀ ਜਾਣ ਵਾਸਤੇ ਵੀ ਮਜਬੂਰ ਹੋ ਜਾਣਗੇ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, दैनिक सवेरा, मोहाली। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप। आपकी समस्या का हल होगा 31 घंटों में। फिर देर किस बात की? स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स।